ਵੈਲਕਮ ਹੈ ਦੋਸਤੋ ਤੁਹਾਡਾ ਸਾਡੇ ਚੈਨਲ ਮਾਲਾ ਮਣਕੇਤ ਤੇ। ਕਿਤਾਬ ਆਮੋ ਸਾਹਮਣੇ, ਲੇਖਕ ਨਰਿੰਦਰ ਸਿੰਘ ਕਪੂਰ। ਲੇਖ ਉਦਾਸੀ ਅਤੇ ਦਿਲਗੀਰੀ। ਜੇ ਮੇਰਾ ਦੂਰ ਕਿਸੇ ਹੋਰ ਧਰਤੀ ਦੇ ਲੋਕਾਂ ਨਾਲ ਸੰਪਰਕ ਜੁੜ ਜਾਵੇ ਤਾਂ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਪੁੱਛਾਂਗਾ ਕਿ ਤੁਸੀਂ ਵੀ ਸਾਡੇ ਵਾਂਗ ਉਦਾਸ ਅਤੇ ਦਿਲਗੀਰ ਹੁੰਦੇ ਹੋ ਸਕਦਾ ਹੈ ਉਹ ਸਾਡੇ ਨਾਲੋਂ ਵੀ ਵੱਧ ਖੁਸ਼ਹਾਲ ਹੋਣ ਅਤੇ ਇਸ ਕਰਕੇ ਸਾਡੇ ਨਾਲੋਂ ਵੀ ਵੱਧ ਦਿਲਗੀਰ ਅਤੇ ਉਦਾਸ ਹੋਣ। ਇਹ ਵੀ ਹੋ ਸਕਦਾ ਹੈ ਕਿ ਉਹਨਾਂ ਦੇ ਮਨ ਅਜੇ ਸਬੂਤੇ ਹੋਣ ਅਤੇ ਉਹਨਾਂ ਨੂੰ ਦਿਲਗੀਰੀ ਦਾ ਉੱਕਾ ਹੀ ਕੋਈ ਅਨੁਭਵ ਨਾ ਹੋਵੇ। ਮੈਂ ਉਹਨਾਂ ਨੂੰ ਇਹ ਦੱਸਾਂਗਾ ਕਿ ਹੁਣ ਅਸੀਂ ਸਭ ਕੁਝ ਬਣਾ ਸਕਦੇ ਹਾਂ, ਸਾਡੇ ਕੋਲ ਸਭ ਕੁਝ ਹੈ, ਪਰ ਸਾਡੇ ਮਨਾਂ ਦੀਆਂ ਗਲੀਆਂ ਵਿੱਚ ਹੁਣ ਕੋਈ ਬੁਲਬੁਲ ਨਹੀਂ ਬੋਲਦੀ। ਸਾਡੀਆਂ ਕਬਰਾਂ ਵਿੱਚ ਹੁਣ ਸਾਡੇ ਘਰਾਂ ਨਾਲੋਂ ਵਧੇਰੇ ਰੌਣਕ ਹੈ। ਹੁਣ ਸਾਨੂੰ ਨਾ ਧੀਆਂ ਦੀ ਉਡੀਕ ਹੈ ਤੇ ਨਾ ਧੀਆਂ ਦੀ, ਨਾ ਸਾਡੇ ਕੋਲ ਚਸ਼ਮਿਆਂ ਵਾਲੇ ਚਾਹ ਹਨ ਤੇ ਨਾ ਦਰਿਆਵਾਂ ਜਿਹੇ ਦਿਲ। ਅਸੀਂ ਜਿੱਥੇ ਜਾ ਕੇ ਬਹਿਣਾ ਸੀ ਉਹ ਟਾਹਣ ਹੀ ਟੁੱਟ ਗਏ ਹਨ। ਮੈਂ ਇਹ ਵੀ ਦੱਸਾਂਗਾ ਕਿ ਹੁਣ ਸਾਡੇ ਘਰਾਂ ਵਿੱਚ ਹਲਦੀ ਰੰਗੇ ਖੱਤ ਨਹੀਂ ਆਉਂਦੇ। ਹੁਣ ਸਾਵਣ ਦੇ ਮਹੀਨੇ ਸਾਡੀ ਪੈਲੀ ਵਿੱਚ ਮੋਰ ਨਹੀਂ ਨੱਚਦੇ। ਹੁਣ ਸਾਡੇ ਸੁਪਨੇ ਸਾਡੇ ਵਾਂਗ ਹੀ ਯਤੀਮ ਅਤੇ ਸਤੀ ਹੋ ਰਹੇ ਹਨ। ਜੇ ਅਸੀਂ ਅੰਬਾਂ ਨੂੰ ਵੱਢ ਕੇ ਅੱਕਾਂ ਦੀ ਵਾੜ ਕਰ ਲਈ ਹੈ ਤਾਂ ਪੀਂਘਾਂ ਨੇ ਪਿੱਪਲਾਂ ਨੂੰ ਡੰਗਣਾ ਹੀ ਹੈ। ਮਾਵਾਂ ਨੇ ਢਲਦੀਆਂ ਛਾਵਾਂ ਬਣਨਾ ਹੀ ਹੈ। ਕਾਵਾਂ ਨੇ ਘੁੱਗੀਆਂ ਦੇ ਆਲ੍ਹਣੇ ਉਜਾੜਨੇ ਹੀ ਹਨ। ਪੱਗਾਂ ਲੀਰੋ ਲੀਰ ਹੋਣੀਆਂ ਹੀ ਹਨ। ਚੁੰਨੀਆਂ ਨੇ ਪਾਟਣਾ ਹੀ ਹੈ। ਵੰਗਾਂ ਨੇ ਵੈਣ ਪਾਉਣੇ ਹੀ ਹਨ। ਹੁਣ ਰੁੱਸ ਗਿਆ ਨੇ ਮੁੜ ਕੇ ਨਹੀਂ ਆਉਣਾ। ਹੁਣ ਮਰ ਗਿਆ ਨੇ ਨਹੀਂ ਲੱਭਣਾ। ਸਾਡੀ ਰੂਹ ਨੇ ਬਿਰੰਗ ਚਿੱਠੀ ਵਾਂਗ ਰੁਲਣਾ ਹੀ ਹੈ। ਭਾਵੇਂ ਮਨ ਦੇ ਵਿਹੜੇ ਵਿੱਚ ਚੰਦਨ ਅਤੇ ਚਮੇਲੀ ਦੇ ਕਿਤਨੇ ਹੀ ਬੂਟੇ ਲਾ ਦਈਏ ਅਤੇ ਬਚਾਓ ਦੇ ਕਿਤਨੇ ਹੀ ਢੰਗ ਤਰੀਕੇ ਵਰਤ ਲਈਏ, ਦਿਲ ਅਤੇ ਮਨ ਦੇ ਇਹ ਵਿਹੜੇ ਕਦੇ ਨਾ ਕਦੇ ਸੁੰਨੇ ਹੋ ਹੀ ਜਾਣੇ ਹਨ। ਮਨ ਦੇ ਕਈ ਮੌਸਮ ਅਜਿਹੇ ਹੁੰਦੇ ਹਨ ਜਿਨ੍ਹਾਂ ਵਿੱਚ ਸਾਹਾਂ ਨਾਲੋਂ ਹੌਕੇ ਲੰਮੇ ਹੋ ਜਾਂਦੇ ਹਨ। ਜਦੋਂ ਅਣਕਿਆਸੀਆਂ ਘਟਨਾਵਾਂ ਮਨੁੱਖ ਨੂੰ ਘੇਰ ਲੈਂਦੀਆਂ ਹਨ ਤਾਂ ਇਹਨਾਂ ਦੇ ਬੋਝ ਥੱਲੇ ਮਨੁੱਖ ਦੱਬ ਜਾਂਦਾ ਹੈ। ਜਦੋਂ ਸਾਡੇ ਘਰ ਧਿਆਨ ਦੇ ਬਾਵਜੂਦ ਕੁਝ ਸਿੱਧਾ ਪੂਰੀ ਤਰ੍ਹਾਂ ਉਲਟ ਜਾਂਦਾ ਹੈ ਤਾਂ ਕੁਝ ਅਰਸੇ ਲਈ ਸਾਡੇ ਆਲੇ ਦੁਆਲੇ ਦੇ ਜਗਤ ਨਾਲੋਂ ਨਾਤਾ ਟੁੱਟ ਜਾਂਦਾ ਹੈ ਅਤੇ ਅਸੀਂ ਮਨ ਦੀਆਂ ਧੁਰ ਅੰਦਰਲੀਆਂ ਗਲੀਆਂ ਵਿੱਚ ਦਿਲਗੀਰੀ ਦੀ ਬੁੱਕਲ ਵਿੱਚ ਜਾ ਪੈਂਦੇ ਹਾਂ। ਅਜਿਹੀ ਸਥਿਤੀ ਵਿੱਚ ਅਸੀਂ ਜੀਵਨ ਦੇ ਉੱਚੇ ਆਦਰਸ਼ਾਂ ਬਾਰੇ ਨਹੀਂ ਸੋਚਦੇ। ਅਸੀਂ ਆਪਣੀ ਹੋਂਦ ਬਣਾਈ ਰੱਖਣ ਦੀ ਜਦੋਜਹਿਦ ਵਿੱਚ ਗਵਾਚ ਜਾਂਦੇ ਹਾਂ। ਜਦੋਂ ਦਬਾਓ ਅਤੇ ਬੋਝ ਸਹਿਣਾ ਸੰਭਵ ਨਾ ਹੋਵੇ ਤਾਂ ਜੀਵਨ ਡਰਾਉਣਾ ਅਤੇ ਮੌਤ ਮਾਂ ਵਾਂਗ ਨਿੱਘੀ ਲੱਗਣ ਲੱਗ ਪੈਂਦੀ ਹੈ। ਅਸੀਂ ਆਪਣੇ ਜੀਵਨ ਵਿੱਚ ਮੌਤ ਨਾਲ ਲੁਕਣ ਮੀਚੀ ਖੇਡ ਰਹੇ ਹਾਂ। ਹਰ ਮਨੁੱਖ ਦੀ ਸਮੁੱਚੀ ਮਾਨਵ ਜਾਤੀ ਨਾਲ ਇਸ ਆਧਾਰ ਉੱਤੇ ਸਾਂਝ ਹੈ ਕਿ ਅਸੀਂ ਸਾਰੇ ਜੀਵਨ ਵਿੱਚ ਅਨੇਕਾਂ ਵਾਰ ਦਿਲਗੀਰ ਹੁੰਦੇ ਹਾਂ। ਅਸੀਂ ਜੀਵਨ ਨੂੰ ਸਥਿਰ ਕਰਨਾ ਲੋਚਦੇ ਹਾਂ, ਪਰ ਜੀਵਨ ਨਵੀਆਂ ਪ੍ਰਸਥਿਤੀਆਂ ਨਾਲ ਸਾਨੂੰ ਅਸਥਿਰ ਕਰ ਦਿੰਦਾ ਹੈ। ਦੂਜੇ ਮਨੁੱਖ ਸਾਡੇ ਸਾਕ ਸੰਬੰਧੀ, ਜਾਣੂ ਅਤੇ ਸਹਿਕਰਮੀ ਆਦਿ ਸਾਡੀਆਂ ਸਮੱਸਿਆਵਾਂ ਸੁਲਝਾਉਣ ਵਿੱਚ ਮਦਦ ਕਰਦੇ ਹਨ, ਪਰ ਸਾਡੀਆਂ ਬਹੁਤੀਆਂ ਸਮੱਸਿਆਵਾਂ ਵੀ ਇਹੀ ਪੈਦਾ ਕਰਦੇ ਹਨ। ਆਪਣੀ ਹਰ ਸਮੱਸਿਆ ਦੇ ਕੇਂਦਰ ਵਿੱਚ ਅਸੀਂ ਆਪ ਹੁੰਦੇ ਹਾਂ। ਸਾਡੀਆਂ ਸਮੱਸਿਆਵਾਂ ਸਾਡੀਆਂ ਆਪਣੀਆਂ ਹੀ ਸਿਰਜੀਆਂ ਹੁੰਦੀਆਂ ਹਨ, ਪਰ ਜਦੋਂ ਉਹਨਾਂ ਦੇ ਨਤੀਜੇ ਸਾਹਮਣੇ ਆਉਂਦੇ ਹਨ ਤਾਂ ਮਨੁੱਖੀ ਆਦਤ ਵੱਸ ਅਸੀਂ ਮੁਕਰਨ ਦਾ ਯਤਨ ਕਰਦੇ ਹਾਂ। ਪਰ ਜ਼ਿੰਦਗੀ ਸਾਨੂੰ ਘੇਰ ਕੇ ਜਦੋਂ ਖਲੋ ਜਾਂਦੀ ਹੈ ਤਾਂ ਅਸੀਂ ਸੰਤਾਪ ਹਟਾਉਂਦੇ ਅਤੇ ਵਿਰਲਾਪ ਕਰਦੇ ਹਾਂ। ਜਿਸ ਸਮੇਂ ਜੀਵਨ ਵਿੱਚ ਸੋਚ ਸਮਝ ਕੇ ਫੈਸਲੇ ਕਰਨ ਦੀ ਲੋੜ ਹੁੰਦੀ ਹੈ ਤਾਂ ਭਾਵਕ ਹੋ ਕੇ ਉਸ ਸਮੇਂ ਅਸੀਂ ਗਲਤ ਫੈਸਲੇ ਕਰਕੇ ਆਪਣੇ ਸੁਤੰਤਰ ਹੋਣ ਦਾ ਭਰਮ ਪਾਲਦੇ ਹਾਂ। ਪਰ ਜਦੋਂ ਉਦਾਸੀ ਅਤੇ ਦਿਲਗੀਰੀ ਕਿਸੇ ਵੀ ਰੂਪ ਵਿੱਚ ਤੇਜ਼ ਚਾਲ ਚੱਲ ਕੇ ਸਾਡੇ ਬਰਾਬਰ ਆ ਜਾਂਦੀ ਹੈ ਤਾਂ ਅਸੀਂ ਲੜਖੜਾ ਜਾਂਦੇ ਹਾਂ। ਜ਼ਿੰਦਗੀ ਗਲਤੀਆਂ ਕਰਨ ਦੀ ਖੁੱਲ੍ਹ ਤਾਂ ਦਿੰਦੀ ਹੈ, ਪਰ ਉਹਨਾਂ ਦੇ ਸਿੱਟੇ ਅਤੇ ਨਤੀਜੇ ਭੁਗਤਣ ਵਿੱਚ ਸਾਡੀ ਕੋਈ ਰਿਆਇਤ ਨਹੀਂ ਕਰਦੀ ਅਤੇ ਸਾਡਾ ਇੱਕ ਪਰ ਕੱਟ ਕੇ ਕਹਿੰਦੀ ਹੈ ਹੁਣ ਉੱਡ ਕੇ ਵਿਖਾਓ। ਸਾਡਾ ਦੁਖਾਂਤ ਇਹ ਹੈ ਕਿ ਅਸੀਂ ਧਰਤੀ ਨੂੰ ਛੱਡ ਕੇ ਆਪਣੀਆਂ ਸਮੱਸਿਆਵਾਂ ਤੋਂ ਭੱਜ ਕੇ ਕਿਧਰੇ ਹੋਰ ਵਸ ਨਹੀਂ ਸਕਦੇ। ਇਹ ਬੇਵਸੀ ਸਾਨੂੰ ਦਿਲਗੀਰ ਬਣਾਉਂਦੀ ਹੈ। ਇਹ ਮਜਬੂਰੀ ਸਾਨੂੰ ਉਦਾਸ ਕਰਦੀ ਹੈ। ਜੋ ਕੁਝ ਸਾਨੂੰ ਲੋੜ ਹੁੰਦਾ ਹੈ, ਜੋ ਕੁਝ ਅਸੀਂ ਚਾਹੁੰਦੇ ਹਾਂ ਅਤੇ ਜੋ ਕੁਝ ਸਾਨੂੰ ਮਿਲਦਾ ਹੈ, ਇਹ ਤਿੰਨ ਵੱਖ-ਵੱਖ ਵਰਤਾਰੇ ਹਨ। ਇਹ ਕਦੀ ਵੀ ਇੱਕ ਸੁਰ ਨਹੀਂ ਹੁੰਦੇ। ਜੋ ਕੁਝ ਸਾਨੂੰ ਲੋੜ ਹੁੰਦਾ ਹੈ ਉਹ ਅਸੀਂ ਲੈਣ ਲਈ ਤਿਆਰ ਨਹੀਂ ਹੁੰਦੇ। ਜੋ ਕੁਝ ਅਸੀਂ ਚਾਹੁੰਦੇ ਹਾਂ ਉਸ ਦੇ ਅਸੀਂ ਯੋਗ ਨਹੀਂ ਹੁੰਦੇ ਅਤੇ ਜੋ ਕੁਝ ਸਾਨੂੰ ਮਿਲਦਾ ਹੈ ਉਹ ਅਸੀਂ ਕਦੇ ਚਾਹਿਆ ਨਹੀਂ ਹੁੰਦਾ। ਅਜਿਹੀ ਸਥਿਤੀ ਵਿੱਚ ਕਦੀ ਅਸੀਂ ਆਪਣੇ ਭਾਗਾਂ ਨੂੰ ਕੋਸਦੇ ਹਾਂ ਤੇ ਕਦੀ ਸਮਾਜ ਨੂੰ ਦੋਸ਼ ਦਿੰਦੇ ਹਾਂ। ਇਵੇਂ ਅਸੀਂ ਸ਼ਕਤੀਸ਼ਾਲੀ ਬਣਨ ਦੀ ਇੱਛਾ ਵਿੱਚ ਨਿਰਬਲ ਹੋ ਜਾਂਦੇ ਹਾਂ। ਇਸ ਸਥਿਤੀ ਵਿੱਚ ਆਲੇ ਦੁਆਲੇ ਨਾਲ ਸਾਡਾ ਰਿਸ਼ਤਾ ਵਿਰੋਧ ਵਾਲਾ ਹੋ ਨਿਬੜਦਾ ਹੈ। ਜੋ ਅਸੀਂ ਬਦਲਣਾ ਚਾਹੁੰਦੇ ਹਾਂ ਉਹ ਬਦਲਿਆ ਨਹੀਂ ਜਾ ਸਕਦਾ, ਪਰ ਜੋ ਬਦਲਿਆ ਜਾ ਸਕਦਾ ਹੁੰਦਾ ਹੈ ਉਹ ਅਸੀਂ ਬਦਲਣਾ ਨਹੀਂ ਚਾਹੁੰਦੇ। ਅਜਿਹੀ ਬੰਦ ਗਲੀ ਵਿੱਚ ਜਦੋਂ ਕੋਈ ਰਾਹ ਵਿਖਾਈ ਨਹੀਂ ਦਿੰਦਾ ਤਾਂ ਅਸੀਂ ਆਪਣੇ ਆਪ ਨੂੰ ਨਿਰਾਸ਼ ਅਤੇ ਨਿਤਾਣਾ ਮਹਿਸੂਸ ਕਰਦੇ ਹਾਂ।
ਨਿਆਸਰਾਪਣ ਅਤੇ ਨਿਤਾਣਾਪਣ ਦਿਲਗਿਰੀ ਵੱਲ ਜਾਂਦੇ ਰਾਹ ਹਨ। ਇਸ ਪੱਖ ਤੋਂ ਅਸੀਂ ਸਾਰੇ ਹੀ ਰੋਗੀ ਹਾਂ, ਕੋਈ ਘੱਟ ਤੇ ਕੋਈ ਵੱਧ। ਸਾਡਾ ਵਖਰੇਵਾਂ ਇਸ ਗੱਲ ਵਿੱਚ ਹੈ ਕਿ ਸਾਨੂੰ ਵੱਖ-ਵੱਖ ਸਮਿਆਂ 'ਤੇ ਦਿਲਗਿਰੀ ਦੀ ਸਥਿਤੀ ਵਿੱਚ ਵਿਚਰਨਾ ਪੈਂਦਾ ਹੈ। ਚੰਗੀ ਨਰੋਈ ਅਰੋਗ ਸਿਹਤ ਸੁਪਨਾ ਹੈ, ਵਾਸਤਵਿਕਤਾ ਨਹੀਂ। ਦੂਜਿਆਂ ਨਾਲ ਸਦੀਵੀ ਸੁਖਾਵੇਂ ਸੰਬੰਧ ਵੀ ਇੱਕ ਸੁਪਨਾ ਹਨ। ਜੀਵਨ ਦੇ ਭਵਜਲ ਇਤਨੇ ਹਨ ਕਿ ਕਿਸੇ ਪੱਤਣ 'ਤੇ ਪਹੁੰਚਣਾ ਵੀ ਇੱਕ ਸੁਪਨਾ ਹੀ ਹੁੰਦਾ ਹੈ। ਵਾਸਤਵਿਕਤਾ ਇਹ ਹੈ ਕਿ ਅਸੀਂ ਸਾਰਿਆਂ ਨੇ ਅੰਤ ਨੂੰ ਉਖੜੇ ਹੋਏ ਬੂਹਿਆਂ ਵਾਂਗ, ਮਲਬੇ ਹੋਏ ਮਕਾਨਾਂ ਵਾਂਗ, ਫਟੀ ਹੋਈ ਪੁਰਾਣੀ ਚਾਦਰ ਵਾਂਗ ਅਤੇ ਬਿਨਾਂ ਤੱਲੇ ਦੇ ਬਾਲਟੀ ਵਾਂਗ ਹੋ ਨਿਬੜਨਾ ਹੈ। ਇਹ ਵੀ ਵਾਸਤਵਿਕਤਾ ਹੈ ਕਿ ਸਾਡੇ ਸਾਰੇ ਰਾਂਗਲੇ ਸੁਪਨੇ ਇੱਕ-ਇੱਕ ਕਰਕੇ ਟੁੱਟਦੇ ਹਨ। ਸਾਰੇ ਗੂੜੇ ਰੰਗ ਅੰਤ ਨੂੰ ਫਿੱਕੇ ਪੈ ਜਾਂਦੇ ਹਨ। ਜਦੋਂ ਇਹ ਵਾਸਤਵਿਕਤਾ ਵਾਪਰਨੀ ਹੈ, ਉਸ ਸਮੇਂ ਅਸੀਂ ਉਦਾਸ ਹੋਣਾ ਹੀ ਹੈ। ਅਜਿਹੇ ਅਨੁਭਵ ਤੋਂ ਬਚਿਆ ਨਹੀਂ ਜਾ ਸਕਦਾ। ਸੋ ਦਿਲਗਿਰੀ ਜੀਵਨ ਦੀ ਵਾਸਤਵਿਕਤਾ ਹੈ ਅਤੇ ਖੁਸ਼ੀ ਇੱਕ ਸੁਪਨਾ ਹੈ। ਅਸੀਂ ਵਾਸਤਵਿਕਤਾ ਤੋਂ ਸੁਪਨੇ ਵੱਲ ਜਿਉਂ-ਜਿਉਂ ਸਫ਼ਰ ਕਰਦੇ ਹਾਂ, ਤਿਉਂ-ਤਿਉਂ ਪੰਧ ਲੰਬੇਰਾ ਅਤੇ ਕਠਿਨ ਹੁੰਦਾ ਜਾਂਦਾ ਹੈ। ਇਸੇ ਕਰਕੇ ਸਾਨੂੰ ਅਨੇਕਾਂ ਭਰਮ ਪਾਲਣ ਦੀ ਲੋੜ ਹੁੰਦੀ ਹੈ। ਜਿਹੜੇ ਖੁਸ਼ ਪ੍ਰਤੀਤ ਹੋ ਰਹੇ ਹਨ, ਉਹ ਅਸਲ ਵਿੱਚ ਅਜੇ ਵੀ ਭਰਮ ਪਾਲ ਰਹੇ ਹਨ ਅਤੇ ਜਿਹੜੇ ਨਿਰਾਸ਼ ਪ੍ਰਤੀਤ ਹੋ ਰਹੇ ਹਨ, ਉਹਨਾਂ ਤੋਂ ਉਹਨਾਂ ਦੇ ਭਰਮ ਗਵਾਚ ਗਏ ਹਨ, ਉਹਨਾਂ ਦੇ ਸੁਪਨੇ ਟੁੱਟ ਗਏ ਹਨ। ਜਦੋਂ ਸਾਡੇ ਸੁਪਨੇ ਟੁੱਟਦੇ ਹਨ ਤਾਂ ਅਸੀਂ ਦਿਲਗੀਰ ਹੁੰਦੇ ਹਾਂ। ਇਸ ਸਥਿਤੀ ਵਿੱਚ ਕਈ ਸਾਨੂੰ ਬਿਮਾਰ ਸਮਝਦੇ ਹਨ ਅਤੇ ਕਈ ਪਾਗਲ। ਬੀਤੇ ਹੋਏ ਸਮਿਆਂ ਵਿੱਚ ਦਿਲਗੀਰ ਹੋਣਾ ਪਾਪ ਸਮਝਿਆ ਜਾਂਦਾ ਸੀ। ਉਦੋਂ ਧਰਮ ਜਿਹੜਾ ਸੁਪਨਾ ਉਸਾਰਦਾ ਸੀ ਜਾਂ ਜਿਹੜਾ ਭਰਮ ਸਿਰਜਦਾ ਸੀ, ਉਹ ਬੜਾ ਹੰਢਣਸਾਰ ਹੋਇਆ ਕਰਦਾ ਸੀ। ਅਜੋਕੇ ਮਨੁੱਖ ਦੀ ਦਿਲਗੀਰੀ ਦਾ ਕਾਰਨ ਇਹ ਹੈ ਕਿ ਉਸ ਦੇ ਸਾਹਮਣੇ ਨਾ ਕੋਈ ਸਦੀਵੀ ਸੁਪਨਾ ਹੈ, ਨਾ ਕੋਈ ਚਿਰੰਜੀਵੀ ਭਰਮ। ਉਹ ਟੁੱਟੇ ਭਰਮਾਂ ਦੇ ਮਾਰੂਥਲ ਵਿੱਚ ਭਟਕੇ ਯਾਤਰੂ ਵਾਂਗ ਹੈ। ਅਜਿਹੇ ਯੁੱਗ ਵਿੱਚ ਇਹ ਵਰਤਾਰਾ ਲਗਭਗ ਹਰ ਕਿਸੇ ਨਾਲ ਵਾਪਰ ਰਿਹਾ ਹੈ। ਭਰਮ ਅਤੇ ਸੁਪਨੇ ਉਸਾਰਨ ਦੇ ਯਤਨ ਬੜੇ ਕੀਤੇ ਜਾ ਰਹੇ ਹਨ, ਪਰ ਸਫਲਤਾ ਨਹੀਂ ਮਿਲ ਰਹੀ। ਗਿਆਨ ਨੇ ਮਨੁੱਖ ਨੂੰ ਬੇਚੈਨ ਕੀਤਾ ਹੈ ਅਤੇ ਭੋਲੇਪਣ ਦੇ ਯੁੱਗ ਵੱਲ ਮੁੜਨ ਦੇ ਮਨੁੱਖ ਦੇ ਸਾਰੇ ਯਤਨ ਨਿਸਫਲ ਹੋ ਗਏ ਹਨ। ਮਨ ਦੇ ਪੱਖੋਂ ਹੁਣ ਹਰ ਕੋਈ ਉਦਾਸ ਅਤੇ ਪਰਦੇਸੀ ਹੈ। ਸਾਵੇਂ ਸੰਤੁਲਿਤ ਸੰਬੰਧਾਂ ਵਿੱਚ ਸਬੂਤੇ ਵਿਚਰਨ ਦੀ ਸਮਰੱਥਾ ਦੇ ਘਟ ਜਾਣ ਨਾਲ ਨਾ ਅੱਗੇ ਜਾਣ ਨੂੰ ਮਨ ਕਰਦਾ ਹੈ, ਨਾ ਪਿੱਛੇ ਮੁੜਿਆ ਜਾ ਸਕਦਾ ਹੈ। ਜਦੋਂ ਘਰ ਦੇ ਵਾਤਾਵਰਣ ਵਿੱਚ ਦਿਲਗੀਰੀ ਹੋਵੇ ਤਾਂ ਇਸ ਦਾ ਬੱਚਿਆਂ ਉੱਤੇ ਪ੍ਰਭਾਵ ਪੈਣਾ ਸੁਭਾਵਿਕ ਹੁੰਦਾ ਹੈ ਅਤੇ ਅਜਿਹੇ ਬੱਚੇ ਵੀ ਜੀਵਨ ਪ੍ਰਤੀ ਮਾਪਿਆਂ ਵਾਲਾ ਦ੍ਰਿਸ਼ਟੀਕੋਣ ਅਪਣਾਉਂਦੇ ਹਨ ਅਤੇ ਅਕਸਰ ਉਹਨਾਂ ਵਸਤਾਂ ਅਤੇ ਵਰਤਾਰਿਆਂ ਵਿੱਚੋਂ ਤਸੱਲੀ ਲੱਭਦੇ ਹਨ ਜਿਹੜੇ ਮਾਪਿਆਂ ਨੂੰ ਪ੍ਰਵਾਨ ਨਹੀਂ ਹੁੰਦੇ। ਜਦੋਂ ਮਾਪਿਆਂ ਕੋਲ ਜੀਵਨ ਦੀ ਕੋਈ ਸੇਧ ਨਹੀਂ ਹੁੰਦੀ ਤਾਂ ਬੱਚਿਆਂ ਦਾ ਕੁਰਾਹੇ ਪੈਣਾ ਰੋਕਿਆ ਨਹੀਂ ਜਾ ਸਕਦਾ। ਜਦੋਂ ਲਾੜ ਨਾਲ ਪਾਲੇ ਬੱਚਿਆਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਚੋਰੀ ਕਰਨ ਲਈ ਮਜਬੂਰ ਹੁੰਦੇ ਹਨ। ਉਹਨਾਂ ਦੀਆਂ ਅਜਿਹੀਆਂ ਆਦਤਾਂ ਮਾਪਿਆਂ ਨੂੰ ਪਰੇਸ਼ਾਨ ਕਰਦੀਆਂ ਹਨ, ਪਰ ਮਾਪੇ ਭੁੱਲ ਜਾਂਦੇ ਹਨ ਕਿ ਅਜਿਹੀਆਂ ਆਦਤਾਂ ਪਾਉਣ ਦੀ ਜ਼ਿੰਮੇਵਾਰੀ ਉਹਨਾਂ ਦੀ ਹੈ। ਜਦੋਂ ਅਸੀਂ ਆਪਣੇ ਬੱਚਿਆਂ ਨੂੰ ਹੀ ਆਪਣੀ ਸਮੁੱਚੀ ਦੁਨੀਆ ਮਿੱਥ ਲੈਂਦੇ ਹਾਂ ਤਾਂ ਅਸੀਂ ਆਪਣੀ ਦੁਨੀਆ ਨੂੰ ਬਹੁਤ ਛੋਟਾ ਕਰ ਲੈਂਦੇ ਹਾਂ। ਛੋਟੀ ਦੁਨੀਆ ਵਿੱਚ ਉਦਾਰ ਸੋਚਣੀ ਸੰਭਵ ਨਹੀਂ ਹੁੰਦੀ। ਚਿੰਤਾ ਨਾਲ ਅਸੀਂ ਸਮੱਸਿਆਵਾਂ ਉਪਜਾਉਂਦੇ ਹਾਂ ਅਤੇ ਸਮੱਸਿਆਵਾਂ ਨਾਲ ਆਪਣੀ ਚਿੰਤਾ ਵਧਾਉਂਦੇ ਹਾਂ। ਇਸ ਸਥਿਤੀ ਵਿੱਚ ਅਵਸਰ ਵੀ ਸਮੱਸਿਆਵਾਂ ਬਣ ਜਾਂਦੇ ਹਨ। ਸੱਚ ਤਾਂ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਸਮਝਣ ਤੋਂ ਇਨਕਾਰੀ ਹੁੰਦੇ ਹਾਂ ਅਤੇ ਆਪਣੇ ਆਪ ਤੋਂ ਬਹੁਤ ਦੂਰ ਰਹਿ ਕੇ ਜਿਉਣਾ ਚਾਹੁੰਦੇ ਹਾਂ। ਸਾਡੀਆਂ ਬਿਮਾਰੀਆਂ ਅਤੇ ਸਮੱਸਿਆਵਾਂ ਦਾ ਇਲਾਜ ਉਦੋਂ ਤੱਕ ਸੰਭਵ ਨਹੀਂ ਹੁੰਦਾ ਜਦੋਂ ਤੱਕ ਅਸੀਂ ਆਪਣੇ ਆਪ ਨੂੰ ਨਹੀਂ ਸਮਝਦੇ। ਅਸੀਂ ਆਪਣੀ ਵਾਸਤਵਿਕਤਾ ਜਾਣਨ ਤੋਂ ਇਸ ਲਈ ਡਰਦੇ ਹਾਂ ਕਿਉਂਕਿ ਅਜਿਹਾ ਹੋਣ ਦੀ ਸੂਰਤ ਵਿੱਚ ਅਸੀਂ ਆਪਣੀਆਂ ਨਜ਼ਰਾਂ ਵਿੱਚ ਆਪ ਹੀ ਡਿੱਗ ਪਵਾਂਗੇ। ਸਾਨੂੰ ਆਪਣੀ ਵਾਸਤਵਿਕਤਾ ਜਾਣਨ ਲਈ ਆਪਣੇ ਸਾਜ਼ਿਸ਼ੀ ਵਿਹਾਰਾਂ, ਆਪਣੀਆਂ ਲੂੰਬੜ ਚਾਲਾਂ, ਕਮੀਨੀਆਂ ਹਰਕਤਾਂ, ਜਾਣ ਬੁੱਝ ਕੇ ਬੋਲੇ ਝੂਠਾਂ, ਮਾੜੀਆਂ ਨੀਤਾਂ ਅਤੇ ਬੇਸ਼ਰਮ ਹਰਕਤਾਂ ਦੇ ਸਨਮੁਖ ਖਲੋਣਾ ਪਵੇਗਾ। ਅਜਿਹੀ ਹਿੰਮਤ ਕਿਸੇ ਵਿੱਚ ਨਹੀਂ ਹੁੰਦੀ। ਅਜਿਹੀ ਹਿੰਮਤ ਦੀ ਅਣਹੋਂਦ ਕਾਰਨ ਹੀ ਅਸੀਂ ਆਪਣੀਆਂ ਸ਼ਕਤੀਆਂ, ਸਮਰੱਥਾਵਾਂ ਅਤੇ ਗੁਣਾਂ ਦੇ ਖੂਹ ਨਹੀਂ ਗੇੜ ਸਕਦੇ। ਸਾਨੂੰ ਆਪਣੀਆਂ ਸਮੱਸਿਆਵਾਂ, ਉਦਾਸੀਆਂ ਅਤੇ ਦਿਲਗੀਰੀਆਂ ਦੇ ਅਸਲ ਕਾਰਨਾਂ ਦਾ ਪਤਾ ਹੁੰਦਾ ਹੈ, ਪਰ ਦੂਜਿਆਂ ਨੂੰ ਦੱਸਣਾ ਤਾਂ ਇੱਕ ਪਾਸੇ ਰਿਹਾ, ਅਸੀਂ ਆਪ ਵੀ ਇਹਨਾਂ ਦੇ ਕਾਰਨਾਂ ਨੂੰ ਨਹੀਂ ਜਾਣਨਾ ਚਾਹੁੰਦੇ। ਸੋ ਹੈਰਾਨੀ ਦੀ ਗੱਲ ਨਹੀਂ ਕਿ ਸਾਡੀ ਦਿਲਗੀਰੀ ਨਹੀਂ ਮੁੱਕਦੀ, ਸਾਡੇ ਰੋਗ ਨਹੀਂ ਕੱਟਦੇ। ਅਕਸਰ ਬਾਂਝ ਇਸਤਰੀ ਬੜੀ ਉਦਾਸ ਹੁੰਦੀ ਹੈ, ਪਰ ਕਈ ਇਸਤਰੀਆਂ ਵਿੱਚ ਮਾਂ ਬਣਨ ਦੀ ਇੱਛਾ ਤਾਂ ਹੁੰਦੀ ਹੈ, ਪਰ ਇਹ ਇੱਛਾ ਸਮਾਜਿਕ ਪ੍ਰਭਾਵਾਂ ਅਧੀਨ ਹੀ ਹੁੰਦੀ ਹੈ, ਉਹਨਾਂ ਦੇ ਅੰਦਰੋਂ ਨਹੀਂ ਜਾਗਦੀ। ਕਈ ਇਸਤਰੀਆਂ ਬੱਚਿਆਂ ਨੂੰ ਨਫ਼ਰਤ ਕਰਦੀਆਂ ਹਨ, ਪਰ ਮਮਤਾ ਦਾ ਪਖੰਡ ਕਰਨ ਲਈ ਮਜਬੂਰ ਹੁੰਦੀਆਂ ਹਨ। ਜੇ ਕੋਈ ਇਸਤਰੀ ਸੱਚ ਬੋਲੇ ਤਾਂ ਸਾਰਾ ਸਮਾਜ ਉਸ ਦੇ ਵਿਰੁੱਧ ਹੋ ਜਾਵੇਗਾ, ਪਰ ਅਜਿਹੀ ਇਸਤਰੀ ਜਦੋਂ ਮਜਬੂਰੀ ਵਸ ਮਾਂ ਬਣ ਜਾਂਦੀ ਹੈ
ਤਾਂ ਉਹ ਖੁਸ਼ ਘੱਟ ਅਤੇ ਉਦਾਸ ਵਧੇਰੇ ਹੁੰਦੀ ਹੈ। ਉਹ ਭਾਵਕ ਪੱਖੋਂ ਇਤਨੀ ਡਾਵਾਂਡੋਲ ਹੋ ਜਾਂਦੀ ਹੈ ਕਿ ਉਸ ਨੂੰ ਆਪਣੇ ਆਪ ਉੱਤੇ ਵਿਸ਼ਵਾਸ ਨਹੀਂ ਰਹਿੰਦਾ। ਇਸ ਅਵਸਥਾ ਵਿੱਚ ਉਹ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਦੂਰੋਂ ਹੀ ਵੇਖਦੀ ਹੈ। ਨੇੜੇ ਹੋ ਕੇ ਆਪਣੇ ਆਪ ਨੂੰ ਵੇਖਣ ਦੀ ਉਸ ਵਿੱਚ ਹਿੰਮਤ ਨਹੀਂ ਰਹਿੰਦੀ। ਇਸਤਰੀ ਉਦਾਸ ਹੁੰਦੀ ਹੈ ਅਤੇ ਪੁਰਸ਼ ਦਿਲਗੀਰ। ਇਸਤਰੀ ਲਈ ਅਣਜੋੜ ਵਿਆਹ ਅਤੇ ਪੁਰਸ਼ ਲਈ ਕੱਚੀ ਨੌਕਰੀ ਇੱਕੋ ਜਿਹਾ ਸੰਤਾਪ ਹੁੰਦੇ ਹਨ। ਦੁਚਿੱਤੀ ਦੀ ਅਵਸਥਾ ਦਿਲਗੀਰੀ ਦਾ ਇੱਕ ਵੱਡਾ ਕਾਰਨ ਹੁੰਦਾ ਹੈ। ਦੁਚਿੱਤੀ ਦਾ ਸੰਤਾਪ ਕੇਵਲ ਮਨੁੱਖ ਨੂੰ ਹੰਢਾਉਣਾ ਪੈਂਦਾ ਹੈ। ਜਦੋਂ ਬਦਲੀ ਅਤੇ ਤਰੱਕੀ ਦੋ ਇੱਕੋ ਜਿਹੀਆਂ ਚੰਗੀਆਂ ਜਾਂ ਮਾੜੀਆਂ ਸਥਿਤੀਆਂ ਵਿੱਚੋਂ ਚੋਣ ਕਰਨੀ ਪਵੇ ਤਾਂ ਅਸੀਂ ਅੰਦਰੋਂ ਬਾਹਰੋਂ ਇਕੱਲੇ ਹੋ ਜਾਂਦੇ ਹਾਂ। ਜਦੋਂ ਅਸੀਂ ਦੋ ਬਰਾਬਰ ਸਥਿਤੀਆਂ ਵਿੱਚੋਂ ਕੋਈ ਚੋਣ ਕਰਦੇ ਹਾਂ ਤਾਂ ਅੰਤਾਂ ਦੇ ਦੁਖੀ ਹੋ ਕੇ ਕਰਦੇ ਹਾਂ ਅਤੇ ਇੱਕ ਪਛਤਾਵਾ ਸਾਡੇ ਧੁਰ ਅੰਦਰ ਬਹਿ ਜਾਂਦਾ ਹੈ। ਇਹ ਅਵਸਥਾ ਜਿਨ੍ਹਾਂ ਨੂੰ ਹੰਢਾਉਣੀ ਪੈ ਰਹੀ ਹੈ ਜਾਂ ਪਈ ਹੈ, ਇਸ ਦਾ ਡੂੰਘਾ ਅਤੇ ਵਿਸ਼ਾਲ ਦਰਦ ਉਹੀ ਜਾਣਦੇ ਹਨ। ਪਰਿਵਾਰਕ ਅਣਬਣ ਹੰਢਾ ਰਹੇ ਜਿਹੜੇ ਉੱਪਰੋਂ ਖੁਸ਼ ਰਹਿਣੇ ਪ੍ਰਤੀਤ ਹੁੰਦੇ ਹਨ, ਉਹ ਅਕਸਰ ਅੰਦਰੋਂ ਦਿਲਗੀਰ ਹੁੰਦੇ ਹਨ। ਲੋਕਾਂ ਦਾ ਸਾਥ ਮਾਣਨ ਲਈ ਉਹ ਉਹਨਾਂ ਨੂੰ ਖੁਸ਼ ਕਰਨ ਦਾ ਯਤਨ ਕਰਦੇ ਹਨ, ਪਰ ਕਿਉਂਕਿ ਅਸਲੀਅਤ ਬਹੁਤਾ ਚਿਰ ਛੁਪਾਈ ਨਹੀਂ ਜਾ ਸਕਦੀ, ਸੋ ਉਹ ਇਕੱਲੇ ਰਹਿ ਜਾਂਦੇ ਹਨ। ਅੰਦਰੋਂ ਉਹ ਪਹਿਲਾਂ ਵੀ ਇਕੱਲੇ ਹੀ ਹੁੰਦੇ ਹਨ, ਪਰ ਜਦੋਂ ਬਾਹਰੋਂ ਵੀ ਇਕੱਲੇ ਹੋ ਜਾਣ ਤਾਂ ਜਾਂ ਉਹ ਬਿਮਾਰ ਰਹਿਣ ਲੱਗ ਪੈਂਦੇ ਹਨ ਜਾਂ ਆਪਣੇ ਆਪ ਨੂੰ ਬਰਬਾਦ ਕਰਨ ਦੇ ਰਾਹ ਪੈ ਜਾਂਦੇ ਹਨ। ਜਦੋਂ ਉਮਰ ਦੇ ਪੱਖੋਂ ਅਸੀਂ ਜਵਾਨੀ ਤੋਂ ਬੁਢਾਪੇ ਨੂੰ ਵੱਧਦੇ ਹਾਂ ਤਾਂ ਬਦਲੀ ਹੋਈ ਸਥਿਤੀ ਨਾਲ ਇਕਸੁਰ ਹੋਣ ਦੀ ਥਾਂ ਅਸੀਂ ਜਵਾਨ ਬਣੇ ਰਹਿਣ ਦੀ ਜਿੱਦ ਕਰਦੇ ਹਾਂ। ਆਪਣੀ ਸ਼ਕਲ ਸੂਰਤ ਅਤੇ ਸਮੁੱਚੇ ਵਿਹਾਰ ਨੂੰ ਬਨਾਵਟੀ ਬਣਾ ਲੈਂਦੇ ਹਾਂ। ਅਜਿਹੀ ਸਥਿਤੀ ਪੁਰਸ਼ਾਂ ਅਤੇ ਇਸਤਰੀਆਂ ਦੋਹਾਂ ਲਈ ਦਿਲਗੀਰੀ ਦਾ ਕਾਰਨ ਬਣਦੀ ਹੈ, ਪਰ ਪੁਰਸ਼ਾਂ ਦੇ ਮੁਕਾਬਲੇ ਇਸਤਰੀਆਂ ਇਸ ਸਥਿਤੀ ਤੋਂ ਵਧੇਰੇ ਪ੍ਰਭਾਵਿਤ ਹੁੰਦੀਆਂ ਹਨ। ਸੋ ਉਹਨਾਂ ਅੰਦਰਲੀ ਉਦਾਸੀ ਅਤੇ ਮਾਯੂਸੀ ਉਹਨਾਂ ਦੇ ਵਰਤਾਰੇ ਵਿੱਚ ਚਿੜਚਿੜੇਪਣ ਰਾਹੀਂ ਪ੍ਰਗਟ ਹੁੰਦੀ ਹੈ। ਇਸ ਉਮਰ ਦੀ ਉਦਾਸੀ ਨੂੰ ਟਾਲਣ ਲਈ ਇੱਕ ਵਾਰੀ ਫਿਰ ਗਹਿਣੇ ਅਤੇ ਕੱਪੜੇ ਬਣਵਾਉਣ ਦੀ ਪ੍ਰਵਿਰਤੀ ਉਛਾਲਾ ਮਾਰਦੀ ਹੈ। ਜਵਾਨ ਹੋ ਰਹੇ ਬੱਚੇ ਵੇਖ ਕੇ ਪ੍ਰਸੰਨਤਾ ਹੁੰਦੀ ਹੈ, ਪਰ ਨਾਲ ਹੀ ਉਦਾਸੀ ਵੀ ਹੁੰਦੀ ਹੈ, ਕਿਉਂਕਿ ਬੱਚਿਆਂ ਦੀ ਉਮਰ ਮਾਵਾਂ ਦੀ ਆਪਣੀ ਉਮਰ ਦਾ ਭੇਦ ਪ੍ਰਗਟਾਉਂਦੀ ਹੈ। ਵੱਧਦੀ ਉਮਰ ਕਾਰਨ ਦੂਜਿਆਂ ਦਾ ਸਾਡੇ ਵੱਲ ਧਿਆਨ ਅਤੇ ਸਾਡੇ ਵਿੱਚ ਦਿਲਚਸਪੀ ਘਟਦੀ ਹੈ ਤਾਂ ਇਹ ਸਭ ਕੁਝ ਸੁਭਾਵਿਕ, ਪਰ ਸੁਭਾਵਿਕ ਨੂੰ ਸਵੀਕਾਰ ਕਰਨਾ ਹੀ ਤਾਂ ਸਭ ਤੋਂ ਵੱਧ ਮੁਸ਼ਕਲ ਹੁੰਦਾ ਹੈ। ਜਿਨ੍ਹਾਂ ਵਿੱਚ ਵਧੇਰੇ ਹਰਮਨ ਪਿਆਰਾ ਹੋਣ ਦੀ ਤਾਂਘ ਹੁੰਦੀ ਹੈ, ਉਹ ਆਪਣੀ ਤਾਂਘ ਦੇ ਅਧੂਰੇ ਰਹਿ ਜਾਣ ਕਰਕੇ ਆਪਣੇ ਹੀ ਢੰਗ ਨਾਲ ਉਦਾਸ ਹੁੰਦੇ ਹਨ। ਜਦੋਂ ਕੋਈ ਵਿਅਕਤੀ ਉਦਾਸ ਹੋਵੇ ਤਾਂ ਉਸ ਦੀ ਕਾਰਜ ਕੁਸ਼ਲਤਾ ਤਾਂ ਘਟਦੀ ਹੀ ਹੈ, ਉਸ ਦਾ ਆਪਣੇ ਆਪ ਵਿੱਚ ਵਿਸ਼ਵਾਸ ਵੀ ਪਤਲਾ ਹੋ ਜਾਂਦਾ ਹੈ ਅਤੇ ਆਪਣੀਆਂ ਨਜ਼ਰਾਂ ਵਿੱਚ ਵੀ ਉਸ ਦਾ ਮਹੱਤਵ ਅਤੇ ਮੁੱਲ ਘਟਣ ਕਾਰਨ ਆਪਣੇ ਅਧੂਰੇ ਹੋਣ ਅਤੇ ਅਪਰਵਾਨ ਹੋਣ ਦੇ ਦੋਸ਼ ਭਾਵਨਾ ਪ੍ਰਬਲ ਹੋ ਜਾਂਦੀ ਹੈ ਅਤੇ ਉਹ ਦਿਲਗੀਰ ਹੋ ਜਾਂਦਾ ਹੈ। ਇਸਤਰੀਆਂ ਦੇ ਮਾਸਿਕ ਸਰੀਰਕ ਗੇੜ ਵਾਂਗ ਪੁਰਸ਼ਾਂ ਨੂੰ ਵੀ ਉਦਾਸੀ ਦੇ ਗੇੜ ਵਿੱਚੋਂ ਲੰਘਣਾ ਪੈਂਦਾ ਹੈ, ਪਰ ਬਹੁਤੇ ਵਿਅਕਤੀ ਰੁਝੇਵਿਆਂ ਕਾਰਨ ਅਜਿਹੀ ਸਥਿਤੀ ਪ੍ਰਤੀ ਸੁਚੇਤ ਨਹੀਂ ਹੁੰਦੇ। ਇਹ ਉਦਾਸੀ ਜਦੋਂ ਸੰਘਣਾ ਰੂਪ ਧਾਰ ਲਵੇ ਤਾਂ ਇਹ ਕਿਸੇ ਗੰਭੀਰ ਬਿਮਾਰੀ ਜਾਂ ਕਿਸੇ ਹੋਰ ਅਲਾਮਤ ਰਾਹੀਂ ਪ੍ਰਗਟ ਹੋ ਜਾਂਦੀ ਹੈ। ਇਸ ਪੱਖ ਤੋਂ ਕੰਮ ਅਤੇ ਆਰਾਮ ਦੇ ਅਨੁਪਾਤ ਨੂੰ ਸਾਵਾਂ ਬਣਾ ਕੇ ਉਦਾਸੀ ਤੋਂ ਕਿਸੇ ਹੱਦ ਤੱਕ ਬਚਾਇਆ ਜਾ ਸਕਦਾ ਹੈ, ਪਰ ਵਧੇਰੇ ਚੰਗਾ ਇਹੀ ਹੋਵੇਗਾ ਕਿ ਉਦਾਸੀ ਤੋਂ ਬਚਣ ਦੀ ਥਾਂ ਇਸ ਨੂੰ ਹੰਢਾਇਆ ਜਾਵੇ। ਇਸਤਰੀਆਂ ਵਿੱਚ ਅਕਸਰ ਅਜਿਹੀ ਯੋਗਤਾ ਵਧੇਰੇ ਹੁੰਦੀ ਹੈ, ਸੋ ਉਹ ਜੀਵਨ ਨਾਲ ਪੁਰਸ਼ਾਂ ਦੇ ਮੁਕਾਬਲੇ ਵਧੇਰੇ ਇਕਸੁਰ ਹੁੰਦੀਆਂ ਹਨ। ਪਿੰਡਾਂ ਤੋਂ ਸ਼ਹਿਰਾਂ ਵੱਲ ਵਸੋਂ ਦਾ ਰੁਝਾਨ ਲੋਕਾਂ ਨੂੰ ਪ੍ਰਕਿਰਤਿਕ ਆਲੇ ਦੁਆਲੇ ਨਾਲੋਂ ਤੋੜ ਕੇ ਬਨਾਵਟੀ ਆਲੇ ਦੁਆਲੇ ਵੱਲ ਧਕੇਲ ਰਿਹਾ ਹੈ। ਸ਼ਹਿਰਾਂ ਵਿੱਚ ਜੀਵਨ ਦੀ ਰਫ਼ਤਾਰ, ਖਾਦ ਖੁਰਾਕ, ਆਰਾਮ ਅਤੇ ਮਾਨਸਿਕ ਵਿਕਾਸ ਸਹਿਜ ਗਤੀ ਵਾਲਾ ਨਹੀਂ ਹੁੰਦਾ। ਸੋ ਸ਼ਹਿਰਾਂ ਵਿੱਚ ਅਤੇ ਵਿਸ਼ੇਸ਼ ਕਰਕੇ ਵੱਡੇ ਸ਼ਹਿਰਾਂ ਵਿੱਚ ਮਾਨਸਿਕ ਸਮੱਸਿਆਵਾਂ ਵਧੇਰੇ ਹਨ ਅਤੇ ਉਹਨਾਂ ਦੇ ਵਧੇਰੇ ਅਤੇ ਜਟਿਲ ਹੋਣ ਕਾਰਨ ਦਿਲਗੀਰੀ ਦੀ ਭਾਵਨਾ ਵੀ ਵਧੇਰੇ ਹੈ। ਪਹਿਲਾਂ ਮਨੁੱਖ ਜਿਹੜਾ ਕੰਮ ਕਰਦੇ ਸਨ ਉਹ ਆਰੰਭ ਤੋਂ ਅੰਤ ਤੱਕ ਕਰਦੇ ਸਨ, ਪਰ ਹੁਣ ਅਸੀਂ ਸਾਰਾ ਕੰਮ ਨਹੀਂ ਕਰਦੇ, ਵੱਡੇ ਕੰਮ ਦਾ ਇੱਕ ਛੋਟਾ ਜਿਹਾ ਭਾਗ ਹੀ ਕਰਦੇ ਹਾਂ। ਕਾਰਖਾਨੇ ਵਿੱਚ ਅਜੋਕਾ ਮਜ਼ਦੂਰ ਵੱਡੀ ਮਸ਼ੀਨ ਦੇ ਕੇਵਲ ਇੱਕ ਜਾਂ ਦੋ ਪੁਰਜੇ ਬਣਾਉਂਦਾ ਜਾਂ ਜੋੜਦਾ ਹੈ। ਇਸ ਪ੍ਰਵਿਰਤੀ ਨੇ ਸਾਡੇ ਕੋਲੋਂ ਸਮੁੱਚਤਾ ਦਾ ਸੰਕਲਪ ਅਤੇ ਅਨੁਭਵ ਖੋਹ ਲਏ ਹਨ ਅਤੇ ਨਤੀਜਾ ਇਹ ਹੋਇਆ ਹੈ ਕਿ ਅਸੀਂ ਆਪਣੇ ਆਪ ਨੂੰ ਟੁੱਟਿਆ ਹੋਇਆ, ਨਿਗੂਣਾ ਜਿਹਾ, ਬਦਲਿਆ ਜਾ ਸਕਣ ਵਾਲਾ ਭਾਗ ਜਾਂ ਵਿਅਕਤੀ ਸਮਝਣ ਲੱਗ ਪਏ ਹਾਂ। ਬੁਢਾਪਾ ਜੀਵਨ ਦੀ ਇੱਕ ਅਜਿਹੀ ਅਵਸਥਾ ਹੁੰਦੀ ਹੈ ਜਿਸ ਦਾ ਭਵਿੱਖ ਨਹੀਂ ਹੁੰਦਾ। ਕਈ ਬੁਢਾਪੇ ਨੂੰ ਦੂਜਾ ਬਚਪਨ ਇਸ ਲਈ ਕਹਿੰਦੇ ਹਨ ਕਿਉਂਕਿ ਬੁੱਢੇ ਆਪਣੇ ਬਚਪਨ ਦੀਆਂ ਅਧੂਰੀਆਂ ਰਹਿ ਗਈਆਂ ਖੁਆਇਸ਼ਾਂ ਪੂਰੀਆਂ ਕਰਨ ਲਈ ਵਧੇਰੇ ਤਤਪਰ ਹੋ ਜਾਂਦੇ ਹਨ।
ਜਿਉਂ-ਜਿਉਂ ਵਿਅਕਤੀ ਬੁੱਢਾ ਹੁੰਦਾ ਜਾਂਦਾ ਹੈ, ਉਸ ਦੇ ਚੇਤੇ ਵਿੱਚ ਆਪਣਾ ਬਚਪਨ ਵਧੇਰੇ ਸਪਸ਼ਟ ਵਿਖਾਈ ਦੇਣ ਲੱਗ ਪੈਂਦਾ ਹੈ ਅਤੇ ਬੁੱਢੇ ਬੱਚਿਆਂ ਵਾਂਗ ਹੀ ਲਾਲਚੀ ਅਤੇ ਜਿੱਦੀ ਹੋ ਨਿਬੜਦੇ ਹਨ। ਦੱਬੀਆਂ ਅਤ੍ਰਿਪਤ ਖਾਹਿਸ਼ਾਂ ਪੂਰਤੀ ਲਈ ਤਾਂਘਦੀਆਂ ਹਨ। ਇਸੇ ਕਰਕੇ ਕਈ ਬੁੱਢੇ ਬੱਚਿਆਂ ਵਾਂਗ ਕੁਝ ਖਾਣ ਜਾਂ ਪ੍ਰਾਪਤ ਕਰਨ ਦੀ ਵਧੇਰੇ ਰੁਚੀ ਵਿਖਾਉਂਦੇ ਹਨ। ਉਹਨਾਂ ਦੀਆਂ ਅਜਿਹੀਆਂ ਆਦਤਾਂ ਨਾਲ ਘਰ ਦੇ ਬਾਕੀ ਜੀਆਂ ਵਿੱਚ ਦਿਲਗੀਰੀ ਵੱਧਦੀ ਹੈ। ਅਜਿਹੇ ਘਰਾਂ ਵਿੱਚ ਰਹਿ ਰਹੇ ਵਿਅਕਤੀ ਆਪਣੇ ਬਜ਼ੁਰਗਾਂ ਦੀ ਮੌਤ ਉਡੀਕਣ ਲੱਗ ਪੈਂਦੇ ਹਨ, ਪਰ ਬੁੱਢਿਆਂ ਉੱਤੇ ਸਮਾਜਿਕ ਦਬਾਅ ਘਟਣ ਕਰਕੇ ਅਤੇ ਚਿੰਤਾ ਮੁਕਤ ਹੋਣ ਕਾਰਨ ਉਹਨਾਂ ਲਈ ਜਿਉਂਦੇ ਰਹਿਣਾ ਸੌਖਾ ਹੋ ਜਾਂਦਾ। ਅਜਿਹੇ ਬੁੱਢਿਆਂ ਦੀ ਹੋਂਦ ਨਾਲ ਦਿਲਗੀਰੀ ਨਾਲ ਅਕੇਵਾਂ ਵੀ ਵੱਧਦਾ ਹੈ। ਕਿਸੇ ਉਦੇਸ਼ ਵਿੱਚ ਸਫਲਤਾ ਨਾਲ ਵੀ ਅਸੀਂ ਅਕਸਰ ਉਦਾਸ ਹੋ ਜਾਂਦੇ ਹਾਂ, ਕਿਉਂਕਿ ਸਫਲ ਹੋਣ ਉਪਰੰਤ ਰੁੱਝੇ ਰਹਿਣ ਦਾ ਕੋਈ ਆਧਾਰ ਨਹੀਂ ਰਹਿੰਦਾ ਅਤੇ ਨਤੀਜਾ ਇਹ ਹੁੰਦਾ ਹੈ ਕਿ ਨਿਸ਼ਾਨਾ ਲੋਪ ਹੋ ਜਾਣ ਨਾਲ ਜੀਵਨ ਉਦੇਸ਼ਹੀਣ ਪ੍ਰਤੀਤ ਹੋਣ ਲੱਗ ਪੈਂਦਾ ਹੈ। ਕਿਸੇ ਅੰਤਲੇ ਇਮਤਿਹਾਨ ਵਿੱਚ ਪਾਸ ਹੋਣ ਉਪਰੰਤ ਅਤੇ ਕਈ ਹਾਲਤਾਂ ਵਿੱਚ ਵਿਆਹ ਕਰਵਾਉਣ ਉਪਰੰਤ ਵੀ ਕੁਝ ਚਿਰ ਲਈ ਅਸੀਂ ਉਦਾਸ ਹੋ ਜਾਂਦੇ ਹਾਂ। ਇਸ ਹਾਲਤ ਦਾ ਕਾਰਨ ਇਹ ਹੈ ਕਿ ਸਫਲਤਾ ਦੇ ਸੰਬੰਧ ਵਿੱਚ ਅਸੀਂ ਜੋ ਕੁਝ ਸੋਚਿਆ ਅਤੇ ਕਿਆਸਿਆ ਹੁੰਦਾ ਹੈ, ਉਹ ਜਿਹਾ ਪ੍ਰਾਪਤ ਨਹੀਂ ਹੁੰਦਾ ਅਤੇ ਅਗਲੇਰੇ ਯਤਨ ਨਿਰਰਥਕ ਪ੍ਰਤੀਤ ਹੁੰਦੇ ਹਨ ਅਤੇ ਆਪਣੇ ਆਪ ਬਾਰੇ ਸਾਡੀ ਰਾਏ ਨੀਵੀਂ ਹੋ ਜਾਂਦੀ ਹੈ। ਕਈ ਵਾਰੀ ਅਸੀਂ ਵੱਡੇ ਨੁਕਸਾਨ ਸਹਿਜੇ ਹੀ ਬਰਦਾਸ਼ਤ ਕਰ ਲੈਂਦੇ ਹਾਂ, ਪਰ ਮਗਰੋਂ ਵਾਪਰੀ ਇੱਕ ਨਿੱਕੀ ਜਿਹੀ ਘਟਨਾ ਸਾਨੂੰ ਬੜਾ ਉਦਾਸ ਕਰ ਦਿੰਦੀ ਹੈ। ਇਸ ਦਾ ਕਾਰਨ ਇਹ ਹੁੰਦਾ ਹੈ ਕਿ ਵੱਡੇ ਨੁਕਸਾਨ ਵੇਲੇ ਅਸੀਂ ਉਦਾਸੀ ਨੂੰ ਮੁਲਤਵੀ ਕਰ ਦਿੱਤਾ ਹੁੰਦਾ ਹੈ, ਕਿਉਂਕਿ ਉਸ ਸਮੇਂ ਵਧੇਰੇ ਲੋਕ ਸਾਡੇ ਵਿਹਾਰ ਨੂੰ ਵੇਖ ਰਹੇ ਹੁੰਦੇ ਹਨ। ਜਦੋਂ ਵੀ ਸਾਨੂੰ ਇਕੱਲੇ ਹੋਣ ਦਾ ਅਵਸਰ ਮਿਲਦਾ ਹੈ ਤਾਂ ਕੋਈ ਨਿੱਕੀ ਜਿਹੀ ਗੱਲ ਉਸ ਸੁੱਤੀ ਹੋਈ ਉਦਾਸੀ ਨੂੰ ਜਗਾ ਦਿੰਦੀ ਹੈ। ਕਿਸੇ ਦੇ ਮਰਨ ਜਾਂ ਦੂਰ ਚਲੇ ਜਾਣ ਜਾਂ ਵਿਛੋੜੇ ਦਾ ਉਦਾਸ ਕਰਨ ਵਾਲਾ ਅਨੁਭਵ ਵਿਸ਼ਵ ਵਿਆਪੀ ਹੈ। ਮਾਪੇ ਮਰ ਜਾਂਦੇ ਹਨ, ਦੋਸਤ ਮਿੱਤਰ ਦੂਰ ਚਲੇ ਜਾਂਦੇ ਹਨ, ਪਾਲਤੂ ਜਾਨਵਰ ਸਾਡੀ ਅਣਗਹਿਲੀ ਕਾਰਨ ਸਾਡੇ ਹੱਥੋਂ ਜਾਂਦੇ ਰਹਿੰਦੇ ਹਨ, ਬੱਚੇ ਆਪਣੇ ਆਲਣੇ ਦੂਰ ਕਿਸੇ ਥਾਂ ਪਾ ਲੈਂਦੇ ਹਨ ਅਤੇ ਪਿੱਛੇ ਮਾਪੇ ਇਕੱਲੇ ਰਹਿ ਜਾਂਦੇ ਹਨ। ਜਦੋਂ ਇਹੋ ਜਿਹੇ ਸਮੇਂ ਜੀਵਨ ਦੀਆਂ ਸਾਰੀਆਂ ਦੁਖਦਾਈ ਘਟਨਾਵਾਂ ਕਲਪਨਾ ਵਿੱਚ ਪਰਿਕਰਮਾ ਕਰਦੀਆਂ ਹਨ। ਭੁੱਖ ਘੱਟ ਲੱਗਦੀ ਹੈ, ਨੀਂਦਰ ਘੱਟ ਜਾਂਦੀ ਹੈ, ਰੁਝੇਵੇਂ ਅਰਥਪੂਰਨ ਨਹੀਂ ਲੱਗਦੇ, ਸੋ ਇਸ ਅਵਸਥਾ ਵਿੱਚ ਉਦਾਸ ਹੋਣਾ ਸੁਭਾਵਿਕ ਹੁੰਦਾ ਹੈ। ਉਦਾਸੀ ਜਾਂ ਦਿਲਗੀਰੀ ਬਹੁਤਾ ਉਹਨਾਂ ਨੂੰ ਹੀ ਦੁਖੀ ਕਰਦੀ ਹੈ ਜਿਹੜੇ ਇਸ ਨੂੰ ਜੀਵਨ ਦਾ ਅਨਿੱਖੜ ਅਨੁਭਵ ਮੰਨਣ ਤੋਂ ਇਨਕਾਰੀ ਹੁੰਦੇ ਹਨ। ਅਜਿਹੇ ਵਿਅਕਤੀ ਦੁੱਖਾਂ ਤੋਂ ਬਚਦੇ ਸੁੱਖ ਮਾਣਨ ਤੋਂ ਵੀ ਵਿਰਵੇ ਰਹਿ ਜਾਂਦੇ ਹਨ। ਜਿਹੜੇ ਵਿਅਕਤੀਆਂ ਨੇ ਬਚਪਨ ਅਤੇ ਜਵਾਨੀ ਵਿੱਚ ਔਖੇ ਦਿਨ ਵੇਖੇ ਹੋਣ, ਉਹਨਾਂ ਵਿੱਚ ਉਦਾਸੀ ਨੂੰ ਸਹਿਣ ਦੀ ਸਮਰੱਥਾ ਵਧੇਰੇ ਹੁੰਦੀ ਹੈ। ਜਿਨ੍ਹਾਂ ਨੂੰ ਸੌਖੀਆਂ ਜਿੱਤਾਂ ਦੀ ਆਦਤ ਹੁੰਦੀ ਹੈ, ਉਹਨਾਂ ਦੇ ਪੈਰ ਜੀਵਨ ਦੀ ਧਰਤੀ ਉੱਤੋਂ ਜਲਦੀ ਉਖੜਦੇ ਹਨ। ਜਿਹੜੇ ਪ੍ਰਕਿਰਤੀ ਦੇ ਨੇੜੇ ਵੱਸਦੇ ਹਨ, ਉਹ ਉਦਾਸੀ ਨੂੰ ਬਹੁਤ ਹੀ ਸਹਿਜ ਨਾਲ ਸਵੀਕਾਰ ਕਰਦੇ ਹਨ, ਪਰ ਜਿਹੜੇ ਪ੍ਰਕਿਰਤੀ ਤੋਂ ਦੂਰ ਹੁੰਦੇ ਹਨ, ਉਹ ਆਪਣੇ ਆਪ ਨੂੰ ਗੂੰਦ ਦੇ ਦਰਿਆ ਵਿੱਚ ਡਿੱਗਿਆ ਅਨੁਭਵ ਕਰਦੇ ਹਨ, ਜਿੱਥੇ ਉਹ ਨਾ ਤੈਰ ਸਕਦੇ ਹਨ ਤੇ ਨਾ ਹੀ ਉਹ ਡੁੱਬਦੇ ਹਨ। ਸੋ ਦੋਸਤੋ, ਇਸ ਦੇ ਨਾਲ ਇਹ ਲੇਖ ਖਤਮ ਹੁੰਦਾ ਹੈ। ਫਿਰ ਮਿਲਾਂਗੇ ਇਸ ਤੋਂ ਅਗਲੇ ਲੇਖ ਨਾਲ। ਧੰਨਵਾਦ।